ਉਦਾਸੀਆਂ ਦੇ ਦੌਰਾਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵਾਰੀ ਇੱਕ ਨਗਰ ਪਹੁੰਚਦੇ ਹਨ। ਉੱਥੇ ਗੁਰੂ ਜੀ ਚੁੱਪਚਾਪ ਆਪਣੇ ਧਿਆਨ ਵਿੱਚ ਬੈਠੇ ਸਨ ਕਿ ਮਰਦਾਨੇ ਨੇ ਕਿਹਾ, ਮਹਾਰਾਜ, ਇਸ ਨਗਰ ਵਿੱਚ ਅਵੱਗਿਆ ਤਾਂ ਥੋੜਿਆਂ ਪਾਸੋਂ ਹੋਈ ਸੀ, ਪਰ ਦੁੱਖ ਸਾਰੇ ਨਗਰ ਦੇ ਲੋਕਾਂ ਨੂੰ ਕਿਉਂ ਹੋਇਆ? ਗੁਰੂ ਜੀ ਨੇ ਦੱਸਿਆ, ਮਰਦਾਨਾ, ਜਿੱਥੇ ਅਤਿਥੀਆਂ ਦੀ ਸੇਵਾ ਨਾ ਹੋਵੇ ਤੇ ਨਿਰਾਦਰ ਕੀਤਾ ਜਾਵੇ, ਉੱਥੇ ਪਾਪ ਦਾ ਅਸਰ ਹੁੰਦਾ ਹੈ। ਗ੍ਰਹਿਸਥ ਧਰਮ ਉਹੀ ਚੰਗਾ ਹੈ ਜਿਹੜਾ ਘਰ ਆਏ ਅਤਿਥੀਆਂ ਦੀ ਸੇਵਾ ਤੇ ਸਤਿਕਾਰ ਕਰਦਾ ਹੈ। ਪਰ ਇੱਥੋਂ ਦੇ ਪਠਾਨ ਰਾਜ ਭਾਗ ਦੇ ਨਸ਼ੇ ਵਿੱਚ ਬਹੁਤ ਅਭਿਮਾਨੀ ਸਨ। ਇਹਨਾਂ ਨੇ ਖੁਦਾ ਨੂੰ ਭੁਲਾਇਆ ਹੋਇਆ ਸੀ, ਜਿਸ ਕਰਕੇ ਇਹਨਾਂ ਉੱਤੇ ਕਹਿਰ ਵਰਤਿਆ ਹੈ। ਇਹ ਉੱਤਰ ਸੁਣ ਕੇ ਮਰਦਾਨਾ ਚੁੱਪ ਤਾਂ ਕਰ ਗਿਆ, ਪਰ ਉਸ ਦੇ ਮਨ ਦਾ ਸ਼ੰਕਾ ਨਿਵਰਤ ਨਾ ਹੋਇਆ। ਬੈਠੇ ਬੈਠੇ ਮਰਦਾਨੇ ਨੂੰ ਆਲਸ ਆ ਗਿਆ ਤੇ ਸੌਂ ਗਿਆ। ਤਦ ਗੁਰੂ ਜੀ ਨੇ ਥੋੜਾ ਜਿਹਾ ਮਿੱਠਾ ਉਸ ਦੇ ਢਿੱਡ ਉੱਤੇ ਸੁੱਟ ਦਿੱਤਾ, ਜਿਸ ਉੱਤੇ ਬਹੁਤ ਸਾਰੀਆਂ ਕੀੜੀਆਂ ਇਕੱਠੀਆਂ ਹੋ ਗਈਆਂ। ਇੱਕ ਕੀੜੀ ਨੇ ਮਰਦਾਨੇ ਨੂੰ ਦੰਦੀ ਵੱਢੀ ਤੇ ਮਰਦਾਨੇ ਨੇ ਉੱਠ ਕੇ ਉਹਨਾਂ ਸਾਰੀਆਂ ਕੀੜੀਆਂ ਨੂੰ ਮਲ ਸੁੱਟਿਆ। ਜਦ ਮਰੀਆਂ ਹੋਈਆਂ ਕੀੜੀਆਂ ਨੂੰ ਮਰਦਾਨਾ ਵੇਖਣ ਲੱਗਾ ਤਾਂ ਗੁਰੂ ਜੀ ਨੇ ਕਿਹਾ, ਮਰਦਾਨਾ, ਤੂੰ ਇਹ ਕੀ ਕੀਤਾ? ਤੈਨੂੰ ਕੱਟਿਆ ਤਾਂ ਇੱਕ ਕੀੜੀ ਨੇ ਸੀ ਤੇ ਤੂੰ ਮਾਰ ਤੂੰ ਸਾਰੀਆਂ ਨੂੰ ਦਿੱਤਾ। ਮਰਦਾਨਾ ਆਪਣੀ ਸ਼ੰਕਾ ਦਾ ਪ੍ਰਤੱਖ ਪ੍ਰਮਾਣ ਵੇਖ ਕੇ ਲੱਜਤ ਹੋ ਕੇ ਕਹਿਣ ਲੱਗਾ, ਮਹਾਰਾਜ ਜੀ, ਤੁਸੀਂ ਸਭ ਦੇ ਅੰਦਰ ਦੀਆਂ ਜਾਣਨਹਾਰ ਹੋ। ਇਸ ਤਰ੍ਹਾਂ ਹੀ ਗੱਲਾਂ ਬਾਤਾਂ ਹੋ ਰਹੀਆਂ ਸਨ ਕਿ ਭਾਈ ਲਾਲੋ ਤੇ ਪੰਡਤ, ਜੋ ਗੁਰੂ ਜੀ ਦੀ ਆਗਿਆ ਅਨੁਸਾਰ ਨਗਰ ਛੱਡ ਕੇ ਚਲੇ ਗਏ ਸਨ, ਪਿੰਡ ਵਿੱਚ ਆਪਣੇ ਘਰ ਵਾਪਸ ਆ ਗਏ ਅਤੇ ਗੁਰੂ ਜੀ ਨੂੰ ਬੜੇ ਪ੍ਰੇਮ ਨਾਲ ਆਪਣੇ ਘਰ ਜਾ ਕੇ ਸੇਵਾ ਕੀਤੀ। ਨਗਰ ਦੇ ਹੋਰ ਹਿੰਦੂ ਤੇ ਮੁਸਲਮਾਨ ਵੀ ਆਪ ਜੀ ਪਾਸ ਬਹੁਤ ਆਏ। ਗੁਰੂ ਜੀ ਨੇ ਸਭ ਨੂੰ ਸਤਨਾਮ ਦਾ ਉਪਦੇਸ਼ ਦਿੱਤਾ ਤੇ ਬਚਨ ਕੀਤਾ ਕਿ ਘਰ ਆਏ ਸੰਤ ਅਤਿਥੀਆਂ ਦੀ ਸੇਵਾ ਕਰਿਆ ਕਰੋ। 2 ਦਿਨ ਇੱਥੇ ਬਤੀਤ ਕਰਕੇ ਗੁਰੂ ਜੀ ਆਪਣੇ ਸਹੁਰੇ ਨਗਰ ਪੱਖੋ ਕੇ ਰੰਧਾਵੇ ਤੋਂ ਬਾਹਰ ਚੌਧਰੀ ਅਜੀਤੇ ਦੇ ਖੂਹ ਉੱਤੇ ਡੇਰਾ ਲਾ ਕੇ ਇੱਕ ਬ੍ਰਿਛ ਹੇਠਾਂ ਬੈਠ ਗਏ। ਗੁਰੂ ਜੀ ਨੇ ਭਗਵੇ ਕੱਪੜੇ ਪਹਿਨੇ ਹੋਏ ਸਨ ਅਤੇ ਆਪ ਜੀ ਦਾ ਚਿੱਟਾ ਤੇ ਕਾਲਾ ਦਾੜਾ ਸ਼ੋਭਨੀਕ ਹੋ ਰਿਹਾ ਸੀ। ਜਦ ਇੱਕ ਮਨੁੱਖ ਨੇ ਆਪ ਜੀ ਨੂੰ ਵੇਖ ਕੇ ਮੂਲੇ ਚੋਣੇ ਨੂੰ ਜਾ ਕੇ ਖਬਰ ਕੀਤੀ ਤਾਂ ਮੂਲਾ ਝਟਪਟ ਹੀ ਉੱਥੇ ਆ ਗਿਆ ਅਤੇ ਗੁਰੂ ਜੀ ਦਾ ਫਕੀਰੀ ਭੇਸ ਵੇਖ ਕੇ ਬਹੁਤ ਗੁੱਸੇ ਨਾਲ ਗੁਰੂ ਜੀ ਨੂੰ ਬੁਰੇ ਭਲੇ ਬੋਲ ਬੋਲਣ ਲੱਗਾ ਤੇ ਕਿਹਾ, ਜਦ ਤੋਂ ਜੈ ਰਾਮ ਜੀ ਪਰਲੋਕ ਸਿਧਾਰ ਗਏ ਹਨ, ਤਦ ਤੋਂ ਸ਼੍ਰੀ ਚੰਦ ਲਖਮੀ ਦਾਸ ਅਤੇ ਇਹਨਾਂ ਦੀ ਮਾਤਾ ਸੁਲੱਖਣੀ ਦਾ ਸਾਰਾ ਖਰਚ ਮੇਰੇ ਸਿਰ ਤੇ ਆ ਪਿਆ ਹੈ। ਤੁਸਾਂ ਕਦੇ ਇਹਨਾਂ ਦੀ ਖਬਰ ਨਹੀਂ ਲਈ। ਜੇ ਫਕੀਰ ਹੀ ਹੋ ਜਾਣਾ ਸੀ ਤਾਂ ਪਰਿਵਾਰ ਕਿਉਂ ਸਹੇੜਨਾ ਸੀ? ਉਪਰੰਤ ਘਰ ਤੋਂ ਨਵੇਂ ਸੁੰਦਰ ਕੱਪੜੇ ਲਿਆ ਕੇ ਕਿਹਾ ਕਿ ਫਕੀਰੀ ਭੇਸ ਉਤਾਰ ਕੇ ਨਵੇਂ ਸੁੰਦਰ ਕੱਪੜੇ ਪਹਿਨ ਲਵੋ, ਸਾਨੂੰ ਹੁਣ ਹੋਰ ਭਾਈਚਾਰੇ ਵਿੱਚ ਸ਼ਰਮਿੰਦਾ ਨਾ ਕਰੋ। ਇਤਨੇ ਨੂੰ ਸ਼੍ਰੀ ਚੰਦ ਤੇ ਲਖਮੀ ਦਾਸ ਵੀ ਆ ਗਏ ਅਤੇ ਆਪ ਜੀ ਨੂੰ ਮੱਥਾ ਟੇਕ ਕੇ ਪਾਸ ਬੈਠ ਗਏ। ਹੋਰ ਪਿੰਡ ਦੇ ਲੋਕ ਵੀ ਬਹੁਤ ਪਾਸ ਆਣ ਬੈਠੇ ਅਤੇ ਚੌਧਰੀ ਅਜੀਤਾ ਵੀ ਬੜੇ ਸਤਿਕਾਰ ਨਾਲ ਮੱਥਾ ਟੇਕ ਕੇ ਪਾਸ ਬੈਠ ਗਿਆ। ਅਜੀਤੇ ਚੌਧਰੀ ਨੇ ਕਿਹਾ, ਮਹਾਰਾਜ, ਆਪ ਅੰਤਰਜਾਮੀ ਹੋ, ਮੇਰਾ ਕੁਝ ਆਪ ਜੀ ਨੂੰ ਕਹਿਣਾ ਕਿਵੇਂ ਬਣ ਸਕਦਾ ਹੈ? ਆਪ ਘੱਟ ਘੱਟ ਦੀ ਜਾਣਦੇ ਹੋ। ਅਜੀਤੇ ਦੀ ਇਹ ਸ਼ਰਧਾ ਪੂਰਵਕ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਕਰਤਾਰ ਅੱਗੇ ਨਮਸਕਾਰ ਕਰੋ, ਤੇਰੇ ਮਨ ਦੀ ਇੱਛਾ ਪੂਰੀ ਹੋ ਜਾਵੇਗੀ। ਇਹ ਬਚਨ ਸੁਣ ਕੇ ਅਜੀਤਾ ਫੇਰ ਆਪ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਪੈ ਗਿਆ। ਤਦ ਉਸ ਨੂੰ ਤਤਸ਼ਿਨ ਹੀ ਹਿਰਦੇ ਵਿੱਚ ਗਿਆਨ ਹੋ ਗਿਆ ਤੇ ਬਹੁਤ ਸ਼ਕਤੀ ਪ੍ਰਾਪਤ ਹੋ ਗਈ। ਗੁਰੂ ਜੀ ਨੇ ਉੱਥੇ ਵੀ ਸਤਸੰਗ ਦਾ ਪ੍ਰਵਾਹ ਚਲਾ ਦਿੱਤਾ। ਇੱਕ ਦਿਨ ਗੁਰੂ ਜੀ ਦਾ ਸੱਸ ਸਹੁਰਾ ਮਾਤਾ ਸੁਲੱਖਣੀ ਜੀ ਨੂੰ ਨਾਲ ਲੈ ਕੇ ਆਪ ਜੀ ਦੇ ਪਾਸ ਆਏ ਅਤੇ ਕਈ ਪ੍ਰਕਾਰ ਦੇ ਮਿਹਣੇ ਤੇਣੇ ਦੀਆਂ ਗੱਲਾਂ ਆਖੀਆਂ। ਤਦ ਅਜੀਤੇ ਨੇ ਕਿਹਾ ਕਿ ਤੁਸੀਂ ਇਹਨਾਂ ਦੀ ਮਹਿਮਾ ਨਹੀਂ ਜਾਣਦੇ, ਇਸ ਕਰਕੇ ਵਾਧੂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮੂਲੇ ਨੇ ਕਿਹਾ, ਚੌਧਰੀ ਜੀ, ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਬੱਚਿਆਂ ਦਾ ਸਾਰਾ ਖਰਚ ਮੈਨੂੰ ਪਿਆ ਹੋਇਆ ਹੈ। ਜੋ ਇਹਨਾਂ ਪਾਸ ਮੋਦੀਖਾਨੇ ਦਾ ਰੁਪਇਆ ਸੀ, ਇਹ ਉਹਨਾਂ ਨੇ ਸਾਰਾ ਹੀ ਬਰਬਾਦ ਕਰ ਦਿੱਤਾ। ਜੇ ਪਾਸ ਹੁੰਦਾ ਤਾਂ ਅੱਜ ਇਹਨਾਂ ਬੱਚਿਆਂ ਦੇ ਕੰਮ ਆਉਂਦਾ ਤੇ ਮੈਂ ਔਖਾ ਨਾ ਹੁੰਦਾ। ਅਜੀਤੇ ਨੇ ਕਿਹਾ, ਚੋਣਾ ਜੀ, ਇਹ ਤਾਂ ਸੱਚੇ ਸੰਤ ਹਨ, ਇਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੀਦਾ। ਲੜਕੇ ਸਿਆਣੇ ਹੋ ਗਏ ਹਨ, ਖੱਟਣ ਕਮਾਉਣ ਲੱਗ ਪੈਣਗੇ। ਇਹਨਾਂ ਦੀ ਮਾਤਾ ਜੋ ਮੇਰੀ ਭੈਣ ਸਮਾਨ ਹੈ, ਉਸ ਦਾ ਸਾਰਾ ਖਰਚ ਅੱਜ ਤੋਂ ਮੇਰੇ ਜਿੰਮੇ ਪਾ ਦਿਓ, ਮੈਂ ਖੁਸ਼ੀ ਨਾਲ ਸੇਵਾ ਕਰਾਂਗਾ। ਇਹ ਗੱਲ ਸੁਣ ਕੇ ਮੂਲਾ ਤਾਂ ਚੁੱਪ ਕਰ ਗਿਆ, ਪਰ ਚੰਦੋ ਰਾਣੀ ਨੇ ਕਈ ਗੱਲਾਂ ਕੀਤੀਆਂ। ਸੁਲੱਖਣੀ ਜੀ ਨੇ ਕਿਹਾ, ਜੇ ਤੁਸੀਂ ਫਕੀਰ ਹੀ ਬਣਨਾ ਸੀ ਤਾਂ ਫਿਰ ਮੈਨੂੰ ਕਿਉਂ ਲੜ ਲਾਇਆ ਸੀ? ਤੁਹਾਡੇ ਤੋਂ ਬਿਨਾਂ ਮੇਰਾ ਕਿਹੜਾ ਆਸਰਾ ਹੈ? ਮੈਂ ਕਦੇ ਕਿਤੇ ਰਹੀ ਤੇ ਕਦੇ ਕਿਤੇ ਦਿਨ ਕੱਟਦੀ ਰਹੀ, ਪਰ ਤੁਸੀਂ ਕਦੇ ਖਬਰ ਨਹੀਂ ਲਈ। ਇਹ ਗੱਲਾਂ ਕਰਕੇ ਸੁਲੱਖਣੀ ਜੀ ਰੋਣ ਲੱਗ ਪਈ। ਉਸ ਨੂੰ ਇਸ ਤਰ੍ਹਾਂ ਦੁਖੀ ਵੇਖ ਕੇ ਗੁਰੂ ਜੀ ਨੇ ਕਿਹਾ,
ਸਾਡੇ ਪਾਸ ਤਾਂ ਦੁੱਖ ਸੁੱਖ ਹੀ ਹੈ। ਜੇਕਰ ਤੂੰ ਸਾਡੇ ਦੁੱਖ ਸੁੱਖ ਵਿੱਚ ਹੀ ਕੱਟਣੀ ਹੈ ਤਾਂ ਪੁੱਤਰਾਂ ਨੂੰ ਨਾਲ ਲੈ ਕੇ ਸਾਡੇ ਪਾਸ ਆ ਜਾ। ਸ਼੍ਰੀ ਸੁਲੱਖਣੀ ਜੀ ਇਹ ਬਚਨ ਸੁਣ ਕੇ ਸ਼ੀਘਰ ਹੀ ਘਰ ਜਾ ਕੇ ਦੋਹਾਂ ਪੁੱਤਰਾਂ ਨੂੰ ਨਾਲ ਲੈ ਕੇ ਖੁਸ਼ੀ-ਖੁਸ਼ੀ ਆਪ ਜੀ ਦੇ ਪਾਸ ਆ ਗਈ। ਇਹ ਵੇਖ ਕੇ ਮੂਲ ਚੰਦ ਤੇ ਚੰਦੋ ਰਾਣੀ ਚੁੱਪ ਕਰਕੇ ਘਰ ਨੂੰ ਚਲੇ ਗਏ। ਇੱਥੇ ਹੀ ਆਪ ਜੀ ਦੀ ਸਰਬ ਪ੍ਰਕਾਰ ਦੀ ਸੇਵਾ ਅਜੀਤਾ ਰੰਧਾਵਾ ਹੀ ਕਰਦਾ ਰਿਹਾ। ਕੁਝ ਦਿਨ ਜਦ ਗੁਰੂ ਜੀ ਨੇ ਪੱਖੋਂ ਕੇ ਠਹਿਰ ਕੇ ਸਤਸੰਗ ਦਾ ਪ੍ਰਵਾਹ ਚਲਾਇਆ ਤਾਂ ਬਹੁਤ ਦੂਰ-ਦੂਰ ਤੋਂ ਲੋਕ ਆਣ ਕੇ ਆਪ ਜੀ ਦੇ ਸ਼ਰਧਾਲੂ ਬਣਨ ਲੱਗੇ। ਤਦ ਮੂਲ ਚੰਦ ਨੇ ਵੀ ਅਨੁਭਵ ਕੀਤਾ ਕਿ ਇਹ ਪੂਰਨ ਮਹਾਂਪੁਰਖ ਹਨ ਅਤੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਤੁਸੀਂ ਲੋਕਾਂ ਨੂੰ ਉਪਦੇਸ਼ ਕਰਦੇ ਹੋ, ਮੇਰੇ ਤੇ ਵੀ ਕਿਰਪਾ ਕਰੋ ਜਿਸ ਕਰਕੇ ਮੇਰੇ ਮਨ ਨੂੰ ਸ਼ਾਂਤੀ ਆਵੇ। ਤਦ ਗੁਰੂ ਜੀ ਨੇ ਉਸ ਨੂੰ ਸਤਨਾਮ ਸਿਮਰਨ ਦਾ ਉਪਦੇਸ਼ ਦਿੱਤਾ, ਜਿਸ ਨਾਲ ਉਸ ਦੀ ਸਾਧੂ ਬਿਰਤੀ ਹੋ ਗਈ ਅਤੇ ਆਪਣੀ ਇਸਤਰੀ ਚੰਦੋ ਰਾਣੀ ਨੂੰ ਵੀ ਆਪਣੇ ਨਾਲ ਹੀ ਸਤਸੰਗ ਕਰਕੇ ਨਾਮ ਸਿਮਰਨ ਵਿੱਚ ਜੋੜ ਦਿੱਤਾ। ਕੁਝ ਸਮੇਂ ਉਪਰੰਤ ਆਰਬਲਾ ਪੂਰੀ ਕਰਕੇ ਦੋਵੇਂ ਹੀ ਪਤੀ ਪਤਨੀ ਦੇਹ ਤਿਆਗ ਕੇ ਸਵਰਗਾਂ ਨੂੰ ਚਲੇ ਗਏ। ਉਪਰੰਤ ਗੁਰੂ ਜੀ ਉੱਥੋਂ ਚੱਲ ਕੇ ਰਾਵੀ ਤੋਂ ਪਾਰ ਕਿਨਾਰੇ ਇੱਕ ਸੁੰਦਰ ਅਸਥਾਨ ਤੇ ਜਾ ਬੈਠੇ। ਇੱਥੇ ਹਰ ਪ੍ਰਕਾਰ ਦੇ ਲੋਕ, ਹਿੰਦੂ, ਮੁਸਲਮਾਨ ਅਤੇ ਸਾਧੂਆਂ ਦੇ ਜੋਗੀ, ਸੰਨਿਆਸੀ, ਵੈਸ਼ਨੂ, ਬੈਰਾਗੀ ਆਦਿ ਭੇਖ ਆਪ ਜੀ ਪਾਸ ਬਹੁਤ ਆਉਣ ਲੱਗ ਪਏ। ਇਹਨਾਂ ਦਿਨਾਂ ਵਿੱਚ ਹੀ ਲਾਹੌਰ ਦੇ ਬਹੁਤ ਲੋਕ ਆਪ ਜੀ ਦੇ ਸਿੱਖ ਬਣ ਗਏ। ਇਹਨਾਂ ਸਿੱਖਾਂ ਪਾਸੋਂ ਆਪ ਜੀ ਦੀ ਉਸਤਤੀ ਸੁਣ ਕੇ ਲਾਹੌਰ ਦਾ ਇੱਕ ਕਰੋੜੀਆ ਸ਼ਾਹੂਕਾਰ ਮਨ ਵਿੱਚ ਬਹੁਤ ਕ੍ਰਿਝਿਆ ਅਤੇ ਲੋਕਾਂ ਨੇ ਉਸ ਪਾਸੋਂ ਡਰ ਕੇ ਗੁਰੂ ਜੀ ਦੀ ਉਸਤਤੀ ਕਰਨੀ ਛੱਡ ਦਿੱਤੀ। ਇੱਕ ਦਿਨ ਇੱਕ ਜੋਗੀ ਮੰਗਦਾ ਫਿਰਦਾ ਕਿੰਗਰੀ ਵਜਾ ਕੇ ਗੁਰੂ ਜੀ ਦਾ ਇੱਕ ਸ਼ਬਦ ਪੜ੍ਹ ਰਿਹਾ ਸੀ। ਇਸ ਸ਼ਬਦ ਨੂੰ ਸੁਣ ਕੇ ਕਰੋੜੀਏ ਨੇ ਕ੍ਰੋਧ ਨਾਲ ਕਿਹਾ, ਇਸ ਨੇ ਹਿੰਦੂ ਖੁਆਰ ਕੀਤੇ ਹਨ ਅਤੇ ਮੁਸਲਮਾਨਾਂ ਦਾ ਈਮਾਨ ਗਵਾ ਦਿੱਤਾ ਹੈ। ਨਾਨਕ ਕੌਣ ਹੈ, ਮੈਂ ਨਾ ਉਸ ਨੂੰ ਵੇਖਿਆ ਹੈ ਤੇ ਨਾ ਜਾਣਿਆ ਹੈ, ਜਿਸ ਦਾ ਜਸ ਇਹ ਹਿੰਦੂ ਮੁਸਲਮਾਨ ਕਰਦੇ ਹਨ। ਸਭ ਵੇਖਾ ਵੇਖੀ ਇਸ ਦੇ ਸੇਵਕ ਬਣ ਕੇ ਜਾਪਦੇ ਹਨ। ਇਹ ਲੋਕਾਂ ਨੂੰ ਖਰਾਬ ਕਰੇਗਾ। ਮੈਂ ਇਸ ਨੂੰ ਫੜ ਕੇ ਕੈਦ ਕਰਕੇ ਸਿੱਧੇ ਰਾਸਤੇ ਪਾਉਂਦਾ ਹਾਂ। ਇਹ ਆ ਕੇ ਤਿਆਰੀ ਕਰਕੇ ਇੱਕ ਘੋੜੀ ਮੰਗਵਾ ਕੇ ਉਸ ਉੱਤੇ ਚੜ੍ਹਿਆ ਤਾਂ ਉਹਨੇ ਪਟਕਾ ਕੇ ਹੇਠਾਂ ਸੁੱਟ ਦਿੱਤਾ। ਫਿਰ ਦੂਸਰੇ ਦਿਨ ਕੁਝ ਸੇਵਾਦਾਰ ਨਾਲ ਲੈ ਕੇ ਗੁਰੂ ਜੀ ਨੂੰ ਫੜਨ ਵਾਸਤੇ ਤੁਰ ਪਿਆ ਅਤੇ ਜਦ ਗੁਰੂ ਜੀ ਦੇ ਨੇੜੇ ਗਿਆ ਤਾਂ ਦਿਸਣੋਂ ਬੰਦ ਹੋ ਗਿਆ ਤੇ ਸਾਥੀਆਂ ਨੂੰ ਕਿਹਾ ਕਿ ਮੈਨੂੰ ਉਹਨਾਂ ਦੀ ਮਹਿਮਾ ਦਾ ਪਤਾ ਲੱਗ ਗਿਆ ਹੈ। ਹੁਣ ਮੇਰੇ ਨਾਲ ਚੱਲ ਕੇ ਉਹਨਾਂ ਪਾਸੋਂ ਮੇਰੀ ਭੁੱਲ ਬਖਸ਼ਵਾ ਦਿਓ। ਮੈਂ ਉਹਨਾਂ ਦਾ ਸਿੱਖ ਹੋ ਜਾਵਾਂਗਾ, ਮੈਨੂੰ ਬਖਸ਼ ਲੈਣ। ਸਾਥੀਆਂ ਨੇ ਕਿਹਾ, ਘੋੜੀ ਤੋਂ ਉਤਰ ਕੇ ਧਰਤੀ ਤੇ ਸਿਰ ਰੱਖ ਕੇ ਉਹਨਾਂ ਨੂੰ ਨਮਸਕਾਰ ਕਰੋ ਅਤੇ ਫਿਰ ਸ਼ਰਧਾ ਧਾਰ ਕੇ ਉਹਨਾਂ ਦੇ ਪਾਸ ਚਲੋ। ਉਹ ਦੀਨ ਦਿਆਲ ਹਨ, ਉਹ ਬਖਸ਼ ਦੇਣਗੇ। ਕਰੋੜੀਏ ਨੇ ਇਸ ਤਰ੍ਹਾਂ ਹੀ ਸ਼ਰਧਾ ਨਾਲ ਆਪ ਜੀ ਦੇ ਹਾਜ਼ਰ ਹੋ ਕੇ ਆਪਣੀ ਭੁੱਲ ਦੀ ਮਾਫੀ ਮੰਗੀ ਅਤੇ ਬੇਨਤੀ ਕੀਤੀ ਕਿ ਜਿਸ ਸਥਾਨ ਤੇ ਆਪ ਬੈਠੇ ਹੋ ਇਹ ਮੇਰੀ ਭੇਟਾ ਲਵੋ ਅਤੇ ਇੱਥੇ ਧਰਮਸ਼ਾਲਾ ਬਣਾ ਕੇ ਨਿਵਾਸ ਕਰੋ। ਗੁਰੂ ਜੀ ਨੇ ਕਿਹਾ, ਜੇ ਤੇਰੀ ਇਹੀ ਇੱਛਾ ਹੈ ਤਾਂ ਸੇਵਾ ਕਰੋ, ਸਤ ਸੰਗਤ ਦਾ ਵਿਸ਼ਰਾਮ ਹੋਵੇਗਾ ਤੇ ਸੰਤ ਸੱਜਣ ਸਤਨਾਮ ਦਾ ਸਿਮਰਨ ਮਿਲ ਕੇ ਕਰਿਆ ਕਰਨਗੇ। ਤਦ ਕਰੋੜੀਏ ਨੇ ਆਪਣੇ ਕਾਰੀਗਰ, ਲੋਹਾਰ, ਤਰਖਾਣ ਤੇ ਮਜ਼ਦੂਰ ਭੇਜ ਕੇ ਧਰਮਸ਼ਾਲਾ ਬਣਵਾ ਦਿੱਤੀ ਅਤੇ ਨਗਰ ਵਸਾ ਕੇ ਉਸ ਦਾ ਨਾਮ ਕਰਤਾਰਪੁਰ ਰੱਖਿਆ। ਮਾਤਾ ਸੁਲੱਖਣੀ ਜੀ ਵੀ ਦੋਹਾਂ ਪੁੱਤਰਾਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆ ਗਏ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।